ਰੌਲਾ ਰੌਲਾ ਨਹੀਂ ਪਵਾਈਦਾ ਹੁੰਦਾ। मैं रौला पाउणा मैं जी 21 तरीक तो बाद 29 ਨੂੰ ਬੋਲਿਆ 8 ਦਿਨ ਹੋ ਗਏ 11 ਵਜੇ ਦਾ ਨਾਂ ਲਿਖਾਇਆ ਆ ਕੇ ਮਗਰੋਂ ਹੱਥ ਲਾਉਣੇ ਸ਼ੁਰੂ ਕਰ ਦਿੰਦੇ ਆ। ਜਵਾਬ ਦਿਓ। ਦੇਖੋ ਸਟੇਜ ਦੀ ਮਰਜ਼ਾਦਾ ਆ, ਤੁਸੀਂ ਸਵੇਰ ਦੇ ਬੁਲਾਰੇ ਸੁਣ ਰਹੇ ਆ ਵੀ ਜਿੰਨਾ ਜਿੰਨਾ ਸਮਾਂ ਕਿਸੇ ਨੂੰ ਮਿਲਿਆ ਇੱਕ ਇੱਕ ਅੱਧਾ ਮਿੰਟ ਕੋਈ ਵੱਧ ਘੱਟ ਲੈ ਸਕਦਾ ਆ। ਇਹਦਾ ਰੌਲਾ ਰੌਲਾ ਨਹੀਂ ਪਵਾਈਦਾ ਹੁੰਦਾ। ਮੈਂ ਰੌਲਾ ਪਾਉਣਾ ਮੈਂ ਰੌਲਾ ਪਾਉਣਾ ਖੜ ਜਾਓ ਯਾਰ ਵੀਰੇ, ਖੜ ਜਾਓ ਖੜ ਜਾਓ ਖੜ ਜਾਓ ਖੜ ਜਾਓ। ਮੈਂ ਤੁਹਾਨੂੰ ਮੈਂ ਬੋਲਣਾ ਨਹੀਂ ਚਾਹੁੰਦਾ ਸੀ, ਮੈਂ ਅੱਕ ਕੇ ਬੋਲਿਆ ਸਟੇਜ ਤੇ ਗੱਲ। ਇੱਕ ਮਿੰਟ ਬਾਬਾ ਜੀ, ਇੱਕ ਮਿੰਟ ਮੈਨੂੰ ਬੋਲ ਲੈਣ ਦਿਓ, 1 ਮਿੰਟ ਬੋਲ ਲੈਣ ਦਿਓ। 11 ਵਜੇ ਨਾਂ ਲਿਖਾਇਆ ਆ ਕੇ 4 ਵਜੇ ਟਾਈਮ ਦਿੰਦੇ, ਉਹ ਵੀ ਉੱਥੇ ਜਾ ਕੇ ਮੈਂ ਬੋਲ ਕੇ ਮੈਂ ਹਰ ਕਾਰਨ ਤਾਂ ਦੱਸ ਦਿਓ ਕੀ ਆ, ਬੁਲਾਉਂਦੇ ਕਿਉਂ ਨਹੀਂ। ਮੈਂ ਨਹੀਂ ਚਾਹੁੰਦਾ ਕਿ ਸਾਡੇ ਦਫਾੜ ਹੋਵੇ, ਇਹ ਗੱਲ ਸਰਕਾਰਾਂ ਤੱਕ ਜਾਵੇ। ਬੋਲੇ ਸੋ ਨਿਹਾਲ। ਜਕਾਰੇ ਦਾ ਜਵਾਬ ਬੁਲੰਦ ਆਵਾਜ਼ ਚ ਦਿਓ ਪੂਰਾ। ਬੋਲੇ ਸੋ ਨਿਹਾਲ। ਜਿਉਂਦੇ ਵਸਦੇ ਰਹੋ ਮੇਰੇ ਪੰਜਾਬ, ਹਰਿਆਣਾ ਤੇ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਯੋਧਿਓ। ਇੱਕ ਗੱਲ ਸਾਫ਼ ਹੋ ਗਈ ਕਿ ਚੀਕਾਂ ਕਢਾਤੀਆਂ, ਚੀਕਾਂ ਤੁਸੀਂ ਲੋਕਾਂ ਨੇ। ਅੜਾਟ ਪਿਆ ਹੋਇਆ ਇਸ ਸਰਕਾਰ ਦਾ, ਇਹਨਾਂ ਦੇ ਲੋਕਾਂ ਦਾ, ਚਾਹੇ ਉਹ ਪੰਜਾਬ ਦੇ ਵਿੱਚ ਬੈਠੇ ਹੋਣ, ਚਾਹੇ ਉਹ ਕਿਸੇ ਹੋਰ ਸੂਬੇ ਦੇ ਵਿੱਚ ਬੈਠੇ ਹੋਣ, ਚਾਹੇ ਇਹਨਾਂ ਦਾ ਦਲਾਲ ਮੀਡੀਆ ਹੋਵੇ। ਆਪਾਂ ਹੁਣ ਲਗਾਤਾਰ 2-3 ਦਿਨ ਹੋ ਗਏ ਇੱਕ ਪ੍ਰਾਪੇਗੰਡਾ ਜਿਹੜਾ ਹੋ ਰਿਹਾ ਇਹਨਾਂ ਦੇ ਮੀਡੀਆ ਦੁਆਰਾ। ਉਹ ਪੰਜਾਬ ਦਾ, ਕੌਮ ਦਾ ਬੱਬਰ ਸ਼ੇਰ ਜਿਹੜੇ ਨੇ ਪੂਰੀ ਦੁਨੀਆ ਦੇ ਵਿੱਚ ਸਾਡੀ ਪਹਿਚਾਣ ਨੂੰ ਲੈ ਕੇ ਗਏ ਨੇ। ਜਦੋਂ ਕਿਤੇ ਦੁਨੀਆ ਦੇ ਵਿੱਚ ਕੋਈ ਵੀ ਆਫਤ ਆਉਂਦੀ ਹੈ, ਕੋਈ ਬਿਮਾਰੀ ਫੈਲਦੀ ਹੈ, ਕਿਸੇ ਮੁਲਕ ਦੇ ਵਿੱਚ ਕੋਈ ਲੜਾਈ ਲੱਗਦੀ ਹੈ, ਕੋਈ ਭੁਚਾਲ ਆਉਂਦਾ, ਕੋਈ ਹੜ੍ਹ ਆਉਂਦਾ, ਤਾਂ ਉਹ ਸੂਰਮਾ ਸਭ ਤੋਂ ਅੱਗੇ ਹੁੰਦਾ। ਕਿਹੜਾ ਭਲਾਂ ਦੀ ਦੱਸਿਓ? ਰਵੀ ਸਿੰਘ ਖਾਲਸਾ ਏਡ ਵਾਲੇ। ਤੇ ਆ ਜੀ ਮੀਡੀਆ, ਇਹਨਾਂ ਦਾ ਜੀ ਚੈਨਲ ਚੱਲ ਰਿਹਾ ਹੈ, ਲਗਾਤਾਰ ਇਹ ਕਹਿੰਦੇ ਨੇ ਕਿ ਅੱਤਵਾਦੀ ਹੈ, ਇਹ ਇੱਥੇ ਫੰਡਿੰਗ ਕਰਦਾ ਹੈ, ਇਹ ਮਾਹੌਲ ਨੂੰ ਖਰਾਬ ਕਰ ਰਹੇ ਆ। ਤਾਂ ਯੋਧਿਓ, ਜਦੋਂ ਕਦੇ ਉੜੀਸਾ ਦੇ ਵਿੱਚ ਹੜ੍ਹ ਆਉਂਦੇ ਨੇ, ਕਦੇ ਕੇਰਲਾ ਦੇ ਵਿੱਚ ਹੜ੍ਹ ਆਉਂਦੇ ਨੇ, ਕਦੇ ਸੁਨਾਮੀ ਚੜ ਕੇ ਆਉਂਦੀ ਹੈ, ਜਦੋਂ ਇਸ ਮੁਲਕ ਨੂੰ ਲੋੜ ਹੁੰਦੀ ਹੈ ਭੁੱਖਿਆਂ ਨੂੰ, ਪਿਆਸਿਆਂ ਨੂੰ ਅੰਨ ਦੇਣ ਦੀ, ਪਾਣੀ ਦੇਣ ਦੀ, ਕੱਪੜੇ ਦੇਣ ਦੀ, ਤਾਂ ਉਹੀ ਯੋਧਾ ਆ ਕੇ ਖੜਦਾ ਹੈ। ਉਦੋਂ ਇਹਨਾਂ ਲਈ ਕੀ ਹੁੰਦਾ? ਫਰਿਸ਼ਤਾ ਬਣ ਕੇ ਆਉਂਦਾ ਹੈ। ਅੱਜ ਜੋ ਆਪਣੀ ਕੌਮ ਲਈ, ਆਪਣੇ ਲੋਕਾਂ ਲਈ ਆ ਕੇ ਖੜਿਆ, ਤਾਂ ਇਹਨਾਂ ਨੇ ਅੱਤਵਾਦੀ ਕਹਿਣਾ ਸ਼ੁਰੂ ਕਰਤਾ। ਇਹ ਯਾਦ ਰੱਖਿਓ ਗੱਲ, ਇਹ ਗੱਲਾਂ ਦਾ ਮੂੰਹ ਤੋੜ ਜਵਾਬ ਦਿਆ ਕਰੋ। ਜਦੋਂ ਅਸੀਂ ਚੁੱਪ ਹੋ ਜਾਂਦੇ ਆ ਕਿ ਕੋਈ ਗੱਲ ਨਹੀਂ ਯਾਰ, ਜਦੋਂ ਅਸੀਂ ਇਹਨਾਂ ਦੇ ਗੋਦੀ ਮੀਡੀਆ ਦਾ, ਦਲਾਲ ਮੀਡੀਆ ਦਾ ਮੂੰਹ ਤੋੜ ਜਵਾਬ ਦੇਵਾਂਗੇ, ਫੇਰ ਜਾ ਕੇ ਹਟਣਗੇ ਕਿਤੇ। ਇਹ ਗੱਲ ਹੋਰ ਤੁਹਾਡੇ ਧਿਆਨ 'ਚ ਲਿਆ ਦਿੰਨਾ, ਜੀ ਟੀਵੀ ਵਾਲਿਆਂ ਦੇ ਸਕੂਲ ਵੀ ਨੇ ਪੰਜਾਬ 'ਚ। ਅਸੀਂ ਬਾਈਕਾਟ ਕਰਨ ਲੱਗੇ ਹੋਏ ਆ ਰਿਲਾਇੰਸ ਵਾਲਿਆਂ ਦਾ, ਅਵਾਨੀਆਂ ਦਾ, ਅਡਾਨੀਆਂ ਦਾ, ਰਾਮਦੇਵ ਵਰਗਿਆਂ ਦੇ ਸਮਾਨਾਂ ਦਾ, ਇਹਨਾਂ ਦੇ ਪੰਪਾਂ ਦਾ, ਇਹਨਾਂ ਦੇ ਟਾਵਰਾਂ ਦਾ। ਪਰ ਜੀ ਟੀਵੀ ਵਾਲਿਆਂ ਦੇ ਜਿਹੜੇ ਮਾਊਂਟੇਟਰਾ ਸਕੂਲ ਆ, ਇੱਕ ਤਾਂ ਤੁਹਾਡੇ ਜਵਾਕ ਵੀ ਪੜ੍ਹਦੇ ਹੋਣੇ ਆ ਕਿਤੇ ਨਾ ਕਿਤੇ, ਉੱਥੇ ਵੀ ਬਾਈਕਾਟ ਕਰੋ। ਜਿਹੜਾ ਮੀਡੀਆ ਸਾਡੇ ਖਿਲਾਫ ਪ੍ਰਾਪੇਗੰਡਾ ਕਰ ਰਿਹਾ, ਦੁਰਪ੍ਰਚਾਰ ਕਰ ਰਿਹਾ, ਕੂੜ ਪ੍ਰਚਾਰ ਕਰ ਰਿਹਾ, ਉਹਨਾਂ ਦੇ ਸਕੂਲ ਖੋਲੇ ਹੋਏ ਨੇ ਪੰਜਾਬ ਦੇ ਵਿੱਚ, ਉਹਨਾਂ ਦਾ ਵੀ ਬਾਈਕਾਟ ਸਾਨੂੰ ਕਰਨਾ ਚਾਹੀਦਾ। ਦੂਜੀ ਗੱਲ ਮੈਂ ਕਹਿਣੀ ਚਾਹੁੰਦਾ, ਆਪਣੇ ਦਿਮਾਗ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਫਿੱਟ ਕਰ ਲਿਓ ਕਿ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ ਨਾ, ਦਿੱਲੀ ਤੋਂ ਕਟੜਾ ਤੇ ਅੰਮ੍ਰਿਤਸਰ ਸਾਹਿਬ ਤੋਂ ਜੈਪੁਰ, ਜਿਹੜਾ ਅਜਮੇਰ ਸ਼ਰੀਫ ਜਾਂਦਾ ਹੈ, ਰਾਜਸਥਾਨ ਨੂੰ ਜਾਂਦਾ ਹੈ, 250-250 ਫੁੱਟ ਚੌੜੇ ਉਹ ਹਾਈਵੇ ਨੇ। ਆਪਣੀਆਂ ਜ਼ਮੀਨਾਂ 'ਚ ਕਿਸੇ ਕੋਲ 5 ਕਿੱਲੇ ਆ, ਕਿਸੇ ਕੋਲ 10 ਕਿੱਲੇ ਆ, ਕਿਸੇ ਕੋਲ 2 ਕਿੱਲੇ ਆ, ਜਿੱਥੋਂ ਦੀ ਉਹ ਲੰਘ ਗਿਆ ਨਾ ਤਾਂ ਟੋਟੇ ਨਹੀਂ, ਟਾਕੀਆਂ ਬਣ ਕੇ ਰਹਿ ਜਾਣੀਆਂ, ਜਿਹੜੇ ਟੱਕ ਆਪਾਂ ਕਹਿੰਦੇ ਆ। ਇੱਕ ਤਾਂ ਆਪਾਂ ਨੂੰ ਇਹ ਵਿਰੋਧ ਕਰਨਾ ਚਾਹੀਦਾ ਇਹਨਾਂ ਸੜਕਾਂ ਦਾ, ਇਹਨਾਂ ਹਾਈਵੇ ਦਾ। ਭਵਾਨੀਗੜ੍ਹ ਦੇ ਵਿੱਚ 20-22 ਬੰਦੇ ਇਹਨਾਂ ਦੇ, ਉਹਨਾਂ ਲੋਕਾਂ ਨੇ ਆਪਣਿਆਂ ਨੇ, ਉੱਥੋਂ ਦੀ ਨੰਗਲਾ ਹਾਈਵੇ ਇਹ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ, ਉਹਨਾਂ ਨੂੰ ਕਈ ਦਿਨ ਫੜ ਕੇ ਰੱਖੇ ਆ। ਸੋ ਉੱਥੇ ਵੀ ਤਿਆਰ ਹੋ ਜਾਓ,
ਉਹ ਸੜਕਾਂ ਦਾ ਵਿਰੋਧ, ਉਹ ਹਾਈਵੇ ਦਾ ਵਿਰੋਧ ਵੀ ਅਸੀਂ ਕਰਨਾ ਨਾਲੋਂ ਨਾਲ। ਇੱਧਰ ਕਿਤੇ ਇਹ ਨਾ ਹੋਵੇ ਆਪਾਂ ਦਿੱਲੀ ਬੈਠੇ ਰਹਿ ਜਗੇ ਤੇ ਆਪਣੇ ਬਾਣਾ ਵਿਧੀ ਕੱਢ ਕੇ ਹਾਈਵੇ ਦੇ ਆਪਣੇ ਵੱਡੇ ਵੱਡੇ ਜਿਹੜੇ ਖੇਤ ਨੇ, ਟੱਕ ਨੇ, ਉਹਨਾਂ ਨੂੰ ਟਾਕੀਆਂ ਜਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡ ਦੇਣਾ। ਇਹ ਸੜਕਾਂ, ਇਹ ਹਾਈਵੇ ਆਪਣੇ ਲਈ ਥੋੜੀ ਹੈ। ਆਪਾਂ ਨੂੰ ਲੱਗਦਾ ਸੀ ਕਿ ਹਾਈਵੇ ਬਣ ਰਹੇ ਆ, ਸਾਨੂੰ ਸਹੂਲਤਾਂ ਹੋਣਗੀਆਂ, ਸਾਡੀ ਆਵਾਜਾਈ ਵਧੀਆ ਹੋ ਜੂਗੀ। ਆ ਟੈਕਸ ਲਾ ਤੇ ਇਹਨਾਂ ਨੇ, ਟੋਲ ਲਾ ਕੇ ਥਾਂ ਥਾਂ ਦੇ ਰੁਪਈਏ ਆਪਣੀਆਂ ਜੇਬਾਂ 'ਚੋਂ ਕੱਢਣੇ ਸ਼ੁਰੂ ਕਰਤੇ। ਪਰ ਇੱਕ ਗੱਲ ਦਿਮਾਗ ਦੇ ਵਿੱਚ ਰੱਖਿਓ, ਆਉਣ ਵਾਲੇ ਸਮੇਂ ਦੇ ਵਿੱਚ ਬਾਹਲੇ ਸੱਜਣ ਕਹਿ ਦਿੰਦੇ ਆ ਕਿ ਯਾਰ ਸਾਡੀ ਜ਼ਮੀਨ ਵੀ ਸੜਕ 'ਚ ਪਵਾ ਦਿਓ, ਸਾਨੂੰ ਵੀ ਪੈਸੇ ਆ ਜਾਣਗੇ। 9 ਲੱਖ ਰੁਪਇਆ ਦੇ ਰਹੇ ਆ ਇੱਥੇ ਸੜਕਾਂ ਦਾ, ਜਿਹੜਾ ਰੇਟ ਰੱਖਿਆ 9 ਲੱਖ ਰੁਪਇਆ ਭਵਾਨੀਗੜ੍ਹ ਤੰਗ ਰੌਲਾ ਪਿਆ। ਮੈਂ ਯਾਰ ਇੱਕੋ ਗੱਲ ਤੁਹਾਨੂੰ ਕਹਿਣਾ ਕਿ 3 ਬੰਦੇ ਦੇ, ਇਨਸਾਨ ਦੀ ਜ਼ਿੰਦਗੀ ਦੇ ਵਿੱਚ 3 ਮਾਵਾਂ ਹੁੰਦੀਆਂ ਨੇ। 3 ਪਹਿਲੀ ਮਾਂ ਹੁੰਦੀ ਹੈ ਜਿਹੜੀ ਬੰਦੇ ਨੂੰ, ਇਨਸਾਨ ਨੂੰ ਜਨਮ ਦਿੰਦੀ ਆ, ਜੱਗ ਦਿਖਾਉਂਦੀ ਆ, ਸਤਿਕਾਰਯੋਗ ਮਾਂ ਹੁੰਦੀ ਆ, ਹਰ ਬੰਦਾ ਦਾ ਮਾਣ ਸਤਿਕਾਰ ਕਰਦਾ ਆਪਣੀ ਮਾਂ ਦਾ। ਦੂਜੀ ਮਾਂ ਹੁੰਦੀ ਆ ਸਾਡੀ ਬੋਲੀ, ਜਿਹੜੀ ਸਾਡੀ ਦੁਨੀਆ ਦੇ ਵਿੱਚ ਪਹਿਚਾਨ ਬਣਾਉਂਦੀ ਹੈ, ਉਹ ਮਾਂ ਬੋਲੀ ਪੰਜਾਬੀ, ਉਹਦਾ ਵੀ ਖਿਆਲ ਰੱਖਿਆ ਕਰੋ। ਤੇ ਤੀਜੀ ਮਾਂ ਹੁੰਦੀ ਆ ਧਰਤੀ ਮਾਂ, ਉਹ ਮਾਂ ਜਿਹੜੀ ਸਾਨੂੰ ਸਦੀਆਂ ਤੋਂ ਲੈ ਕੇ, ਸਾਡੇ ਪੁਰਖਿਆਂ ਤੋਂ ਲੈ ਕੇ ਵੱਡ ਵਡੇਰਿਆਂ ਤੱਕ ਪਾਲਦੀ ਪਲੋਸਦੀ ਆਈ ਰਹੀ, ਸਾਨੂੰ ਅੰਨ ਵੀ ਦਿੰਦੀ ਰਹੀ, ਸਾਨੂੰ ਹਵਾ ਪਾਣੀ ਵੀ ਉਹੀ ਦਿੰਦੀ ਹੈ। ਜਦੋਂ ਅਖੀਰ ਦੇ ਉੱਤੇ ਬੰਦਾ ਜਾਂਦਾ ਹੈ ਤੇ ਉਹੀ ਧਰਤੀ ਦੇ ਵਿੱਚ ਅਸੀਂ ਸਮੇਟ ਜਾਂਦੇ ਹਾਂ। ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਚਾਹੇ ਤੁਹਾਨੂੰ 1 ਕਿੱਲੇ ਦਾ, 1 ਏਕੜ ਦਾ, ਕੋਈ ਕਰੋੜ ਰੁਪਇਆ ਵੀ ਦੇਵੇ, 2 ਕਰੋੜ ਰੁਪਇਆ ਵੀ ਦੇਵੇ, ਅਸੀਂ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਣੀ। ਇਹ ਗੱਲ ਲੜ ਬੰਦ ਲਓ। ਬਾਹਰ ਬੈਠੇ ਮੈਂ NRI ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਦੇ ਸਾਰੇ ਪਰਿਵਾਰ ਟੱਬਰ ਬਾਹਰ ਬੈਠੇ ਆ, ਉਹ ਬਾਹਲੇ ਹੁਣ ਇਸ ਸਕੀਮ 'ਚ ਬੈਠੇ ਆ ਵੀ ਜਦੋਂ ਕਦੇ ਕੋਈ ਮਾੜਾ ਮੋਟਾ ਰੇਟ ਵਧੂਗਾ ਅਸੀਂ ਆਪਣੀਆਂ ਜ਼ਮੀਨਾਂ ਵੇਚ ਦੇਣੀਆਂ। ਭਰਾਵੋ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜ਼ਮੀਨਾਂ ਨੂੰ ਆਪਣੇ ਕੋਲੇ ਸਾਂਭ ਕੇ ਰੱਖੋ। ਤੁਸੀਂ ਸੌਖੀ ਰੋਟੀ ਖਾਂਦੇ ਹੋ, ਵਧੀਆ ਗੁਜ਼ਾਰਾ ਹੁੰਦਾ ਤੁਹਾਡਾ, ਪਰ ਆਪਣੀਆਂ ਜ਼ਮੀਨਾਂ ਨਾ ਵੇਚੋ। ਇਹ ਵਾਰ-ਵਾਰ ਮੈਂ ਕਿਉਂ ਗੱਲ ਕਹਿ ਰਿਹਾ, ਤੁਸੀਂ ਇਸ ਗੱਲ ਤੇ ਗੌਰ ਕਰਿਓ। ਆਉਣ ਵਾਲੇ 5-10 ਸਾਲਾਂ ਦੇ ਵਿੱਚ ਇਥੋਂ ਤੇਲ ਨੇ ਮੁੱਕ ਜਾਣਾ ਹੈ। ਜਿਹਦੇ ਨਾਲ ਸਾਡੀ ਮਸ਼ੀਨਰੀ ਚੱਲਦੀ ਹੈ, ਸਾਡੀਆਂ ਗੱਡੀਆਂ, ਮੋਟਰਸਾਈਕਲ, ਟਰੈਕਟਰ ਚੱਲਦੇ ਆ, ਇਹ ਤੇਲ ਨੇ ਖਤਮ ਹੋ ਜਾਣਾ ਹੈ। ਇਹ ਸਾਰਾ ਕੁਝ ਜਿਹੜਾ ਹੈਗਾ, ਸਾਡੀ ਮਸ਼ੀਨਰੀ ਹੈ ਜਿਹੜੀ ਇਲੈਕਟ੍ਰੋਨਿਕ ਹੋ ਜਾਣੀ ਹੈ, ਬੈਟਰੀਆਂ ਤੇ ਬਿਜਲੀਆਂ ਚੱਲਣ ਲੱਗ ਜਾਣੀਆਂ, ਸਾਰੀ ਮਸ਼ੀਨਰੀ ਹੈ ਜਿਹੜੀ। ਤਾਂ ਉਦੋਂ ਬਾਅਦ ਕੀ ਹੋਣਾ ਹੈ, ਇਸ ਪੰਜਾਬ ਦੀ ਧਰਤੀ ਨੇ, ਇਸ ਹਰਿਆਣੇ ਦੀ ਧਰਤੀ ਨੇ ਇੱਕ ਕੇਂਦਰ ਬਣਨਾ, ਇੱਕ ਹੱਬ ਬਣਨਾ, ਇੱਕ ਧੁਰਾ ਬਣਨਾ ਹੈ, ਜਿਹਦੀ ਖਾਤਰ ਆਹ ਵੱਡੇ ਵੱਡੇ ਹਾਈਵੇ ਬਣ ਰਹੇ ਆ ਨਾ, ਵੱਡੇ ਵੱਡੇ ਸੈਲੋ ਗੋਦਾਮ ਖੁੱਲ ਰਹੇ ਨੇ, ਜਿਹੜੇ ਆਪਣੇ ਸਰਹੱਦ ਦੇ ਨੇੜੇ। ਪਾਕਿਸਤਾਨ ਨੂੰ ਇਹ ਰਾਹ ਖੁੱਲਣਾ ਯਾਦ ਰੱਖਿਓ। ਪਾਕਿਸਤਾਨ ਤੋਂ ਅੱਗੇ ਕਜ਼ਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ, ਅੱਗੇ ਅਰਬ ਮੁਲਕਾਂ ਦੇ ਵਿੱਚ, ਉਦੋਂ ਅੱਗੇ ਯੂਰਪ ਮੁਲਕਾਂ ਤੱਕ ਇੱਥੋਂ ਵਪਾਰ ਹੋਣਾ ਹੈ। ਉਦੋਂ ਯਾਦ ਰੱਖਿਓ ਤੁਹਾਡੀਆਂ ਜ਼ਮੀਨਾਂ ਦੇ ਮੁੱਲ ਕਿਵੇਂ ਪੈਣੇ ਆ। ਆ ਜਿਹੜੇ 3 ਕਾਨੂੰਨ ਆਏ ਆ, ਇਸੇ ਕਰਕੇ ਆਏ ਆ ਕਿ ਇਹਨਾਂ ਲੋਕਾਂ ਨੂੰ ਇਹਨਾਂ ਜ਼ਮੀਨਾਂ ਤੋਂ ਪਾਸੇ ਕਰ ਦਿੱਤਾ ਜਾਵੇ, ਇਹਨਾਂ ਤੋਂ ਮਾਲਕੀ ਖੋਹ ਕੇ ਇੱਥੇ ਲੱਖਾਂ ਏਕੜ ਦੇ ਫਾਰਮ ਬਣਾ ਕੇ ਉੱਥੇ ਫਿਰ ਆਰਗੈਨਿਕ ਖੇਤੀ ਕੀਤੀ ਜਾਊ। ਮੈਂ ਜੀ 21 ਤਰੀਕ ਤੋਂ ਬਾਅਦ 29 ਨੂੰ ਬੋਲਿਆ, 8 ਦਿਨ ਹੋ ਗਏ। 11 ਵਜੇ ਦਾ ਨਾਂ ਲਿਖਾਇਆ ਆ ਕੇ ਮਗਰੋਂ ਹੱਥ ਲਾਉਣੇ ਸ਼ੁਰੂ ਕਰ ਦਿੰਦੇ ਆ। ਜਵਾਬ ਦਿਓ। ਦੇਖੋ, ਸਟੇਜ ਦੀ ਮਰਜ਼ਾਦਾ ਆ। ਤੁਸੀਂ ਸਵੇਰ ਦੇ ਬੁਲਾਰੇ ਸੁਣ ਰਹੇ ਆ ਵੀ ਜਿੰਨਾ ਸਮਾਂ ਕਿਸੇ ਨੂੰ ਮਿਲਿਆ, ਇੱਕ ਅੱਧਾ ਮਿੰਟ ਕੋਈ ਵੱਧ ਘੱਟ ਲੈ ਸਕਦਾ ਆ, ਤੇ ਆਪਣੀ ਮਰਜ਼ੀ ਅਨੁਸਾਰ ਨਹੀਂ। ਸਟੇਜ ਦੀ ਮਰਜ਼ਾਦਾ ਆ, ਇਹ ਮਰਜ਼ਾਦਾ ਨੂੰ ਸਮਝਣਾ ਚਾਹੀਦਾ ਤੁਹਾਨੂੰ। ਮੋਦੀ ਸਰਕਾਰ ਮੁਰਦਾਬਾਦ, ਲੋਕਾਂ ਦਾ ਇੱਕ ਜਿੰਦਾਬਾਦ। ਇਹ ਬਿਲਕੁਲ ਠੀਕ ਨਹੀਂ ਹੈਗਾ। ਇਹ ਨਹੀਂ, ਇਹਦਾ ਰੌਲਾ ਨਹੀਂ ਪਵਾਈਦਾ ਹੁੰਦਾ। ਇਦਾਂ ਮੈਂ ਰੌਲਾ ਪਾਉਣਾ, ਮੈਂ ਰੌਲਾ ਪਾਉਣਾ? ਖੜ ਜਾਓ ਯਾਰ ਵੀਰੇ, ਖੜ ਜਾਓ। ਮੈਂ ਬੋਲਣਾ ਨਹੀਂ ਚਾਹੁੰਦਾ ਸੀ, ਮੈਂ ਅੱਕ ਕੇ ਬੋਲਿਆ ਸਟੇਜ ਤੇ ਗੱਲ। 1 ਮਿੰਟ ਬਾਬਾ ਜੀ, 1 ਮਿੰਟ ਮੈਨੂੰ ਬੋਲ ਲੈਣ ਦਿਓ, 1 ਮਿੰਟ ਬੋਲ ਲੈਣ ਦਿਓ। 21 ਤਰੀਕ ਤੋਂ ਬਾਅਦ ਮੈਂ ਅੱਜ ਬਾਈ ਨਾਂ ਲਿਖਾਇਆ ਕਿ 8-9 ਦਿਨਾਂ ਬਾਅਦ 11 ਵਜੇ ਨਾਂ ਲਿਖਾਇਆ ਕਿ 4 ਵਜੇ ਟਾਈਮ ਦਿੰਦੇ, ਉਹ ਵੀ ਉੱਥੇ ਜਾ ਕੇ ਮੈਂ ਬੋਲ ਕੇ, ਮੈਂ ਹਰ ਕਾਰਨ ਤਾਂ ਦੱਸ ਦਿਓ ਕੀ ਆ, ਬੁਲਾਉਂਦੇ ਕਿਉਂ ਨਹੀਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇੱਥੇ 29-30 ਜਥੇਬੰਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਮੇਰੇ ਨਾਲ ਹੀ ਤਕਲੀਫ ਜ਼ਿਆਦੇ ਹੈ
ਕਿ ਮੈਂ ਨਾ ਬੋਲਾਂ ਇੱਥੇ। ਉਹਨਾਂ ਨੂੰ ਫਿਕਰ ਪੰਜਾਬ ਦਾ ਘਾਟਾ ਮੇਰਾ ਜਾ ਰਿਹਾ ਹੁੰਦਾ ਵੀ ਲੱਖਾ ਆ ਗਿਆ ਕਿਤੇ ਬੋਲ ਨਾ ਜਾਵੇ। ਇਹ ਫੈਸਲਾ ਕਰ ਲੋ। ਇਹ ਰੋਜ਼ ਦੀਆਂ ਇਹੀ ਚਾਹ ਚੱਲੀ ਜਾਂਦਾ ਕੰਮ। ਆਹ ਹਾਲਾਤ ਆ ਨਾ ਲੋਕਾਂ ਦੇ ਯਾਰ। ਮੈਂ ਬੋਲਣਾ ਨਹੀਂ ਚਾਹੁੰਦਾ, ਮੈਂ ਅੱਕੇ ਬੋਲਿਆ। 11 ਵਜੇ ਆਇਆ, 4 ਵੱਜ ਗਏ, 5 ਘੰਟੇ ਬਿਠਾ ਕੇ ਫਿਰ ਵੀ ਮਗਰ ਅਸੀਂ ਜਾ ਕੇ ਬੇਨਤੀ ਕੀਤੀ ਆ। ਮੈਂ ਨਹੀਂ ਚਾਹੁੰਦਾ ਕਿ ਸਾਡੇ ਦਫਾੜ ਹੋਵੇ, ਇਹ ਗੱਲ ਸਰਕਾਰਾਂ ਤੱਕ ਜਾਵੇ। ਇਹ ਰੋਜ਼ ਦਾ ਕੰਮ ਇਹੀ ਹੈ ਇਹਨਾਂ ਦਾ। ਮੇਰੀ ਕੋਈ ਨਾਰਾਜ਼ਗੀ ਨਹੀਂ, ਮੈਂ ਸੰਗਤ ਦੇ ਹੈ ਅੱਗੇ ਹੱਥ ਬੰਨ੍ਹਦਾ। ਇਹਨਾਂ ਨੂੰ ਇੱਕ ਨੂੰ ਜਿਹੜਾ ਨੂੰ ਤਕਲੀਫ ਆ, ਉਹ ਆ ਕੇ ਸਟੇਜ ਤੇ ਜਵਾਬ ਦੇ ਦੇਣ ਵੀ ਮੇਰੇ ਨਾਲ ਸਮੱਸਿਆ ਕੀ ਆ, ਮੈਂ ਗਲਤ ਕੀ ਬੋਲਦਾ। ਸੋ ਮੇਰਾ ਵੀਰ ਚੁੱਪ ਕਰ ਜਾਓ, ਹੁਣ ਆਪਾਂ 2 ਮਿੰਟ ਹੀ ਲੈਣੇ ਆ, ਗੱਲ ਕਰ ਲੈਣ ਦੇ ਮੈਨੂੰ। ਮੈਂ ਗੱਲ ਕਰਦਾ ਸੀ ਜ਼ਮੀਨਾਂ ਨਾ ਵੇਚਣ ਦੀ, ਕਿ ਜ਼ਮੀਨਾਂ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਵੇਚਣੀਆਂ। ਉਹ ਜ਼ਮੀਨਾਂ ਨੂੰ, ਜਿਹੜੀ ਧਰਤੀ ਨੂੰ ਅਸੀਂ ਮਾਂ ਕਹਿੰਦੇ ਆ। ਯਾਦ ਰੱਖਿਓ, ਆਉਣ ਵਾਲੇ 5-7 ਸਾਲਾਂ ਦੇ ਵਿੱਚ ਅਸੀਂ ਆਪਣੀਆਂ ਜੇ ਨਾ ਜ਼ਮੀਨਾਂ ਵੇਚੀਆਂ ਤਾਂ ਸਾਡੇ ਇਸ ਪੰਜਾਬ ਨੇ, ਇਸ ਹਰਿਆਣੇ ਨੇ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਨੂੰ ਪਿੱਛੇ ਛੱਡ ਦੇਣਾ। ਯਾਦ ਰੱਖਿਓ ਇਹ ਗੱਲ, ਕਿਉਂਕਿ ਆਪਾਂ ਦੇਖਿਆ ਕਰੋਨੇ ਵਰਗੀ ਮਹਾਮਾਰੀ ਦੇ ਵਿੱਚ ਦੁਨੀਆ ਦੇ ਸਾਰੇ ਕਾਰੋਬਾਰ, ਸਾਰੇ ਕਿੱਤੇ, ਹਰ ਇੱਕ ਬੰਦਾ ਚਾਹੇ ਨੌਕਰੀ ਪੇਸ਼ੇ ਵਾਲਾ, ਉਹ ਸਾਰਾ ਕੁਝ ਤਬਾਹ ਹੋ ਗਿਆ ਸੀ, ਬੰਦ ਹੋ ਗਿਆ ਸੀ, ਕਾਰੋਬਾਰ ਠੱਪ ਹੋ ਗਏ ਸੀ। ਜੇ ਚੱਲੀ ਹੈ ਤਾਂ ਕੱਲੀਆਂ ਜ਼ਮੀਨਾਂ ਤੋਂ ਚੱਲੀਆਂ ਫਸਲਾਂ ਦੀ ਗੱਲ ਚੱਲੀ ਆ ਭਰਾਵੋ। ਇਹ ਗੱਲ ਦਾ ਖਾਸ ਖਿਆਲ ਰੱਖਣਾ ਕਿ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਆਪਣੀ ਜ਼ਮੀਨ ਇੰਚ ਵੀ, ਜੇ ਹੁਣ ਸੜਕਾਂ ਹਾਈਵੇ ਨਿਕਲ ਰਹੇ ਆ, ਉਹਦਾ ਵਿਰੋਧ ਕਰੋ, ਡਟ ਕੇ ਵਿਰੋਧ ਕਰੋ। ਪਿੰਡਾਂ ਦੇ ਵਿੱਚ ਕਮੇਟੀਆਂ ਬਣਾਓ, ਜਿੰਨਾ ਪਿੰਡਾਂ ਦੇ ਵਿੱਚ ਜਿਹੜੀਆਂ ਹਾਈਵੇ ਨਿਕਲਣੇ ਨੇ। ਸੋ ਤੀਜੀ ਗੱਲ ਮੈਂ ਅਖੀਰ ਦੇ ਉੱਤੇ ਇਹੀ ਤੁਹਾਨੂੰ ਕਹਿਣੀ ਚਾਹੁੰਦਾ ਕਿ ਆਹ ਭਰਾਵੋ, ਜਿਹੜਾ ਹੁਣ ਆਪਾਂ ਦੇਖਿਆ ਕਿ 50-52 ਜਿਹੜੀਆਂ ਮੌਤਾਂ ਆਪਣੀਆਂ ਹੋਈਆਂ ਨੇ ਇੱਥੇ, ਤੇ ਰਾਤ ਨੂੰ ਮੁੰਡੇ ਡਿੱਕ ਲਾ ਕੇ ਨੱਚਦੇ ਨੇ, ਭੰਗੜਾ ਪਾਉਂਦੇ ਨੇ, ਗੱਲਾਂ ਠੀਕ ਨਹੀਂ ਹੈਗੀਆਂ। ਨੌਜਵਾਨ ਮੁੰਡਿਆਂ ਦੀਆਂ ਮੌਤਾਂ ਹੋਈਆਂ। ਕੱਲ ਅਸੀਂ ਫੱਤਾ ਮਾਲੋ ਕੇ ਪਿੰਡ ਬੈਠ ਕੇ ਆਏ ਆ। 20-22 ਸਾਲ ਦਾ ਨੌਜਵਾਨ, ਜਿਹਦੇ 2 ਮਹੀਨੇ ਹੋਏ ਸੀ ਵਿਆਹ ਨੂੰ, ਉਹਦਾ ਘਰ ਉੱਜੜ ਗਿਆ। ਤੇ ਅਸੀਂ ਇੱਥੇ ਯਾਰ ਖੁਸ਼ੀ ਦਾ ਕੋਈ ਮੇਲਾ ਤਾਂ ਮਨਾਉਣ ਨਹੀਂ ਆਏ। ਅਸੀਂ ਇੱਕ ਇੱਥੇ ਬਹੁਤ, ਮੈਨੂੰ ਲੱਗਦਾ ਕਿ ਠੀਕ ਆ, ਚੜ੍ਹਦੀ ਕਲਾ 'ਚ ਤਾਂ ਰਹਿਣਾ ਹੀ ਹੈ, ਕਲਾ ਨਹੀਂ ਆਪਾਂ ਢੈਂਦੀ ਦੀ ਗੱਲ ਕਰਨੀ। ਪਰ ਜਦੋਂ ਰਾਤ ਨੂੰ ਬਜ਼ੁਰਗਾਂ ਕੋਲੇ ਜਾਂਦੇ ਆ ਟਰਾਲੀਆਂ 'ਚ, ਉਹ ਕਹਿੰਦੇ ਯਾਰ 2 ਵਜੇ ਡਿੱਕ ਲੱਗਿਆ ਹੁੰਦਾ, ਰੌਲਾ ਪੈਂਦਾ, ਖਰੂਦ ਪੈਂਦਾ, ਅੱਖ ਖੁੱਲ ਜਾਂਦੀ ਹੈ। ਯਾਰ ਬਜ਼ੁਰਗ ਬੰਦੇ ਹੁੰਦੇ ਆ, ਮਸਾਂ ਨੀਂਦ ਆਉਂਦੀ ਆ ਟਰਾਲੀਆਂ 'ਚ ਬੈਠਿਆਂ ਨੂੰ, ਤੇ ਆਪਾਂ ਚਾਹੇ ਕੋਲੇ ਡਿੱਕ ਵਜਾ ਦਿੰਨੇ ਆ। ਤਾਂ ਮੇਰਾ ਵੀਰ ਇਸ ਗੱਲ ਤੋਂ ਗਰੇਜ਼ ਕਰੋ। ਜਿਹੜੇ ਨਾਲ ਦੇ ਆਪਣੇ ਸਾਥੀ ਆ, ਉਹਨਾਂ ਨੂੰ ਵੀ ਕਿਹਾ ਕਰੋ, ਜਿਹੜੇ ਟਰੈਕਟਰਾਂ ਵਾਲੇ ਆ, ਨਾਲ ਦੇ ਕੋਈ ਬੰਦੇ ਰੌਲਾ ਪਾਉਂਦੇ ਆ, ਡਿੱਕ ਲਾਉਂਦੇ ਆ, ਰੋਕਿਆ ਕਰੋ। ਜਿਹੜਾ ਇਹੋ ਜਿਹਾ ਕੰਮ ਆਪਾਂ ਨਾ ਕਰਗੇ। ਅਗਲੀ ਗੱਲ ਮੈਂ ਅਪੀਲ ਕਰਨੀ ਚਾਹੁੰਦਾ, ਪੰਜਾਬ ਦੇ ਵਿੱਚ ਜਿਹੜੇ ਜੀਓ ਦੇ ਟਾਵਰ ਨੇ, ਆਪਣੇ ਰਿਲਾਇੰਸ ਦੇ ਟਾਵਰ ਨੇ, ਉਹਨਾਂ ਦੀ ਭੰਨ ਤੋੜ ਵੀ ਕਈ ਥਾਈਂ ਕੀਤੀ ਗਈ। ਉਹਨਾਂ ਦੇ ਜਨਰੇਟਰਾਂ ਨੂੰ ਟਰੈਕਟਰਾਂ ਮਗਰ ਪਾ ਕੇ ਖਿੱਚ ਕੇ ਗੁਰਦੁਆਰਾ ਸਾਹਿਬ ਲੈ ਕੇ ਗਏ। ਉਹ ਠੀਕ ਨਹੀਂ ਹੈਗਾ। ਉਹ ਕਿਉਂ ਨਹੀਂ ਠੀਕ? ਉਹਨਾਂ ਕੋਲੇ ਬੀਮਾ ਹੁੰਦਾ, ਕੋਈ ਫਰਕ ਨਹੀਂ ਪੈਣਾ। ਉਹਨਾਂ ਦਾ ਮੁੱਲ ਕੱਲ ਤੋਂ ਸਰਕਾਰਾਂ ਤੋਂ ਲੈਣਾ ਹੈ। ਸਰਕਾਰਾਂ ਨੇ ਕੀ ਤੋਂ ਕੱਢਣਾ? ਆਪਣੀਆਂ ਜੇਬਾਂ ਚੋਂ ਕੱਢਣਾ। ਕੋਸ਼ਿਸ਼ ਕਰੋ ਅਸੀਂ ਜਿਹੜੇ ਸਿਮ ਹੈਗੇ ਨੇ ਉਹਨਾਂ ਨੂੰ ਅਸੀਂ ਬਦਲਾਈਏ, ਆਰਥਿਕ ਤੌਰ ਤੇ ਸੱਟ ਮਾਰ ਗਏ। ਜੇ ਅਸੀਂ ਇਹ ਬਿਨਾਂ ਗੱਲ ਤੋਂ ਉੱਥੇ ਕੋਈ ਮੁਕੱਦਮੇ ਦਰਜ ਕਰਾ ਕੇ ਬੈਠ ਗਏ ਤਾਂ ਉਸ ਗੱਲ ਦਾ ਫਾਇਦਾ ਨਹੀਂ ਹੋਣਾ। ਉਹ ਕੰਮ ਕਰੋ ਜਿਹਦੇ ਨਾਲ ਸੱਟ ਜ਼ਿਆਦੇ ਲੱਗੇ ਪਰ ਪਤਾ ਵੀ ਨਾ ਲੱਗੇ। ਪਰ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਆ ਕੇ ਹੋਸ਼ ਗਵਾ ਦਿੰਦੇ ਹਾਂ। ਬਾਰ-ਬਾਰ ਸਟੇਜਾਂ ਤੋਂ ਵੀ ਇਹੀ ਗੱਲ ਹੋਈ ਹੈ। ਸੋ ਮੇਰਾ ਵੀਰ ਇਹਨਾਂ 2-4 ਗੱਲਾਂ ਦਾ ਤੁਸੀਂ ਧਿਆਨ ਰੱਖਿਓ। ਧੰਨਵਾਦ ਸਾਰਿਆਂ ਦਾ। ਹੁਣ ਆਪਾਂ 2 ਜਕਾਰੇ ਤੇ 2 ਨਾਰੇ ਬੁਲਾਵਾਂਗੇ। ਬੁਲੰਦ ਆਵਾਜ਼ ਦੇ ਵਿੱਚ ਜਵਾਬ ਦੇਣਾ, ਚੜ੍ਹਦੀ ਕਲਾ 'ਚ ਰਹਿਣਾ, ਜਿੱਤ ਯਕੀਨੀ ਆ। ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ। ਬਹੁਤ ਮੁੰਡੇ, ਨੌਜਵਾਨ, ਬਜ਼ੁਰਗ ਪੁੱਛਦੇ ਨੇ ਕਿ ਕੀ ਬਣੂ, ਕੋਈ ਅੱਗੇ ਪ੍ਰੋਗਰਾਮ ਕਿਉਂ ਨਹੀਂ ਆਪਾਂ ਦੇ ਰਹੇ। ਦੇਖੋ ਭਰਾਵੋ, ਪਗੜੀ ਸੰਭਾਲ ਜੱਟਾ ਜਦੋਂ ਲਹਿਰ ਚੱਲੀ ਆ ਨਾ, ਕਹਿੰਦੇ 9 ਮਹੀਨੇ ਲੰਬੀ ਚੱਲੀ ਸੀ, ਤੇ ਉਦੋਂ ਦਾ ਲੋਕਾਂ ਕੋਲੇ ਇੰਨੇ ਸਾਧਨ ਵੀ ਨਹੀਂ ਸੀ। ਲੋਕਾਂ ਕੋਲੇ ਨਾ ਕੋਈ ਮਸ਼ੀਨਰੀ ਸੀ, ਨਾ ਕੋਈ ਇੰਨੇ ਨੈਟਵਰਕ ਦੇ ਸਾਧਨ ਸੀਗੇ ਜਿਹਦੇ ਨਾਲ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਿਆ ਜਾ ਸਕਦਾ, ਸੁਨੇਹਾ ਦਿੱਤਾ ਜਾ ਸਕਦਾ। ਪਰ 9 ਮਹੀਨੇ ਲੋਕਾਂ ਨੇ ਲੰਬਾ ਚੱਲ ਕੇ ਜਿਹੜੀ ਹਕੂਮਤ ਸੀਗੀ ਅੰਗਰੇਜ਼ਾਂ ਦੀ, ਉਹਨੂੰ ਗੋਡੇ ਭਾਰ ਕਰ ਲਿਆ ਸੀ। ਆਪਾਂ ਐਡਾ ਛੇਤੀ ਨਾ ਕੋਈ ਆਪਾਂ ਕਹਿਆ ਕਰਕੇ ਵੀ ਯਾਰ ਕੀ ਕਰੂ ਬਾਈ, ਹੁਣ ਬਹੁਤ ਸਮਾਂ ਹੋ ਗਿਆ, ਮਹੀਨਾ ਹੀ ਹੋਇਆ ਨਾ। ਮਹੀਨੇ ਦੇ ਵਿੱਚ ਤੁਹਾਡਾ ਅੰਦੋਲਨ ਅੱਜ ਦੁਨੀਆ ਭਰ 'ਚ ਪਹੁੰਚ ਗਿਆ। ਦੁਨੀਆ ਦੇ ਵੱਡੇ ਵੱਡੇ ਬੰਦੇ, ਚਾਹੇ ਉਹ ਵਿਗਿਆਨੀ ਹੋਣ, ਚਾਹੇ ਉਹ ਕੋਈ ਵਿਦਵਾਨ ਹੋਣ, ਚਾਹੇ ਉਹ ਸਿਆਸਤਦਾਨ ਹੋਣ,
ਦੁਨੀਆ ਦੇ ਵੱਡੇ ਵੱਡੇ ਬੰਦੇ ਤੁਹਾਡੇ ਅੰਦੋਲਨ ਦੇ ਹੱਕ ਚ ਆ ਕੇ ਬੋਲਣ ਲੱਗ ਗਏ ਆ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਅਸੀਂ ਇਕੱਠੇ ਹੋ ਗਏ ਆ, ਸਾਡੇ ਸਿਰ ਜੁੜ ਗਏ ਨੇ। ਸਾਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਹੋਇਆ, ਇੱਕ ਸਬੱਬ ਬਣਿਆ ਹੋਇਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਤੇ ਹੋਰ ਸੂਬੇ ਦੇ ਲੋਕਾਂ ਨੂੰ। ਪਰ ਇੰਨੀ ਬੇਨਤੀ ਮੈਂ ਸਟੇਜ ਤੋਂ ਜ਼ਰੂਰ ਕਹੂੰਗਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਧਿਆਨ ਚ ਲਿਆਂਦਾ, ਇਹ ਸੁਝਾਅ ਦਿੱਤਾ ਹੈ ਕਿ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਜ਼ਰੂਰ ਦਿੱਤਾ ਜਾਵੇ, ਕਿਉਂਕਿ ਵੱਡੀ ਮੰਗ ਜਿਹੜੀ ਇਹ ਹੈਗੀ ਆ ਰਹੀ ਆ ਮਗਰੋਂ ਲੋਕਾਂ ਦੇ ਵਿੱਚੋਂ, ਸੰਗਤ ਦੇ ਵਿੱਚੋਂ, ਨੌਜਵਾਨਾਂ ਦੇ ਵਿੱਚੋਂ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਨਵਾਂ ਪ੍ਰੋਗਰਾਮ ਲੀਕ ਕੇ ਦਿੱਤਾ ਜਾਵੇ। ਕਈ ਵਾਰੀ ਨਾ ਖੜੋਤ ਹੀ ਆ ਜਾਂਦੀ ਹੈ ਜਦੋਂ, ਤੇ ਨਿਰਾਸ਼ਤਾ ਫੈਲਣੀ ਸ਼ੁਰੂ ਹੋ ਜਾਂਦੀ ਹੈ। ਨਿਰਾਸ਼ਤਾ ਆਪਾਂ ਲੈ ਕੇ ਨਹੀਂ ਆਉਣੀ, ਖੜੋਤ ਵੀ ਟੁੱਟਣੀ ਚਾਹੀਦੀ ਹੈ। ਅਸੀਂ ਫਤਿਹਗੜ੍ਹ ਸਾਹਿਬ ਜਾ ਕੇ ਆਏ ਹਾਂ, ਨਤਮਸਤਕ ਵੀ ਹੋ ਕੇ ਆਏ ਹਾਂ, ਲੋਕਾਂ ਨੂੰ ਅਪੀਲ ਵੀ ਕਰਕੇ ਆਏ ਹਾਂ ਕਿ ਵੱਧ ਤੋਂ ਵੱਧ ਉੱਥੇ ਪਹੁੰਚੋ। ਪਰ ਖੁਸ਼ੀ ਦੀ ਗੱਲ ਉੱਥੇ ਇਹ ਦੇਖਣ ਨੂੰ ਮਿਲੀ ਕਿ ਹਰ ਨੌਜਵਾਨ, ਹਰ ਬਜ਼ੁਰਗ, ਹਰ ਮਾਤਾ, ਹਰ ਭੈਣ, ਹਰ ਬੱਚੇ ਦੀ ਜ਼ੁਬਾਨ ਦੇ ਉੱਤੇ ਇੱਕੋ ਹੀ ਆਵਾਜ਼ ਆ, ਇੱਕੋ ਹੀ ਨਾਅਰਾ ਹੈ, ਉਹ ਆ ਦਿੱਲੀ ਚਲੋ, ਦਿੱਲੀ ਚਲੋ, ਦਿੱਲੀ ਨੂੰ ਹਰਾ ਕੇ ਆਉਣਾ, ਦਿੱਲੀ ਨੂੰ ਹਰਾ ਕੇ ਆਉਣਾ। ਇਹ ਬਹੁਤ ਵਧੀਆ ਗੱਲ ਹੋ ਰਹੀ ਹੈ। ਤੇ ਇੱਥੋਂ ਮੈਂ ਵਾਰ-ਵਾਰ ਇਹੀ ਕਹਿਣਾ ਹੁੰਦਾ ਕਿ ਕਦੇ ਵੀ ਮਨ ਦੇ ਵਿੱਚ ਇਹ ਗੱਲ ਨਾ ਲੈ ਕੇ ਆਇਓ ਕਿ ਯਾਰ ਲੰਬਾ ਜਾਈ ਜਾਂਦਾ, ਲੰਬਾ ਜਾਈ ਜਾਂਦਾ, ਇੱਥੇ ਦਾ ਕੁਝ ਬਣਨਾ ਨਹੀਂ। ਭੁੱਲ ਜਾਓ, ਕੋਈ ਗੱਲ ਨਹੀਂ। ਹਿੱਲੀ ਹੋਈ ਆ ਸਰਕਾਰ ਅੰਦਰੋਂ, ਉਹ ਵੀ ਆਪਣਾ ਸਬਰ ਪਰਖ ਰਹੇ ਨੇ, ਆਪਣਾ ਇਮਤਿਹਾਨ ਲੈ ਰਹੇ ਨੇ। ਆਪਾਂ ਸਬਰ ਬਣਾਈ ਰੱਖਣਾ, ਇਸ ਇਮਤਿਹਾਨ ਦੇ ਵਿੱਚੋਂ ਆਪਾਂ ਪਾਸ ਹੋ ਕੇ ਨਿਕਲਣਾ। ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਮੇਰਾ ਵੀਰ ਕਬੂਲ ਕਰਿਓ। ਬਾਕੀ ਕੱਲ ਨੂੰ ਮੀਟਿੰਗ ਹੈਗੀ ਜਥੇਬੰਦੀਆਂ ਦੀ, ਤੁਹਾਨੂੰ ਪਤਾ ਹੀ ਲੱਗ ਜਾਣਾ। ਇੱਕ ਮੈਂ ਹੋਰ ਅਪੀਲ ਕਰਦਾ, ਪਹਿਲਾਂ ਵੀ ਤੁਹਾਨੂੰ ਕੀਤੀ ਸੀ ਜਥੇਬੰਦੀਆਂ ਵਾਲਿਓ, ਮੈਂ ਤੁਹਾਨੂੰ ਮੀਟਿੰਗ ਦੇ ਵਿੱਚ ਤੋਂ 12 ਦਿਨ ਪਹਿਲਾਂ ਵੀ ਅਪੀਲ ਰੱਖੀ ਸੀ ਵੀ ਧੁਰ ਤੱਕ ਘੱਟੋ ਘੱਟ ਨਹੀਂ ਸਕਰੀਨਾਂ ਲਵਾ ਸਕਦੇ, ਮਾਈਕ ਸਪੀਕਰ ਜ਼ਰੂਰ ਲਵਾ ਦਿਓ, ਤਾਂ ਕਿ ਗੱਲਬਾਤ ਹੈ ਜਿਹੜੀ ਅਖੀਰ ਤੱਕ ਰਸੋਈ ਢਾਬੇ ਤੱਕ ਤੋਂ ਪਿੱਛੇ ਦਾ ਦੀ ਆਪਣੀ ਜਨਤਾ ਖੜੀ ਹੈ, ਉੱਥੋਂ ਤੱਕ ਜਿਹੜੀ ਆਪਣੀ ਆਵਾਜ਼ ਪਹੁੰਚ ਜੇ। ਇਹ ਜ਼ਰੂਰ ਗੱਲਾਂ ਦਾ ਅਮਲ ਕਰਿਆ ਕਰੋ, ਉਹਨੂੰ ਫੌਰੀ ਲਾਗੂ ਕਰ ਦਿਆ ਕਰੋ। ਧੰਨਵਾਦ ਜੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਕਿਸਾਨ ਮਜ਼ਦੂਰਾਂ ਦਾ ਏਕਾ ਜਿੰਦਾਬਾਦ, ਕਿਸਾਨ ਮਜ਼ਦੂਰਾਂ ਦਾ ਏਕਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।